ਸਤਿ ਸ਼੍ਰੀ ਅਕਾਲ ਪਿਆਰੇ 8ਵੀਂ ਜਮਾਤ ਦੇ ਵਿਦਿਆਰਥੀਓ। ਇਹ ਹੈ ਤੁਹਾਡਾ ਪਾਠ 5 ਜਿਸ ਦਾ ਨਾਂ ਹੈ ਸ਼ਕੁੰਤਲਾ। ਸ਼ਕੁੰਤਲਾ ਕੌਣ ਸੀ? ਇਸ ਕਹਾਣੀ ਵਿੱਚ ਸ਼ਕੁੰਤਲਾ ਦੇ ਨੇਕ ਗੁਣਾਂ ਦਾ ਵਰਣਨ ਕੀਤਾ ਗਿਆ ਹੈ ਅਤੇ ਨਾਲ ਹੀ ਉਸਦੇ ਸਿਦਕ ਤੇ ਵਿਸ਼ਵਾਸ ਦੀ ਜਿੱਤ ਨੂੰ ਵੀ ਬਿਆਨ ਕੀਤਾ ਗਿਆ ਹੈ। ਸ਼ਕੁੰਤਲਾ ਕੌਣ ਸੀ? ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਇਹੀ ਪ੍ਰਸ਼ਨ ਆਊਗਾ ਕਿ ਸ਼ਕੁੰਤਲਾ ਹੈ ਕੌਣ। ਦੱਸਿਆ ਜਾਂਦਾ ਹੈ ਕਿ ਉਹ ਰਿਸ਼ੀ ਵਿਸ਼ਵਾਮਿੱਤਰ ਦੀ ਧੀ ਸੀ, ਯਾਨੀ ਰਿਸ਼ੀ ਵਿਸ਼ਵਾਮਿੱਤਰ ਦੀ ਪੁੱਤਰੀ ਸੀਗੀ, ਪਰ ਉਸ ਦਾ ਪਾਲਣ ਪੋਸ਼ਣ ਕੰਨਵ ਰਿਸ਼ੀ ਨੇ ਕੀਤਾ। ਸ਼ਕੁੰਤਲਾ ਦਾ ਪਾਲਣਹਾਰ ਇਹ ਰਿਸ਼ੀ ਇੱਕ ਦਰਿਆ ਦੇ ਕਿਨਾਰੇ ਕੁਟੀਆ ਬਣਾ ਕੇ ਰਹਿ ਰਿਹਾ ਸੀ। ਸ਼ਕੁੰਤਲਾ ਦਾ ਪਾਲਣਹਾਰ ਦਾ ਮਤਲਬ ਹੈ ਕਿ ਜੋ ਸ਼ਕੁੰਤਲਾ ਦਾ ਪਾਲਣ ਪੋਸ਼ਣ ਕਰਦਾ ਸੀ। ਦਰਿਆ ਦਾ ਆਲਾ ਦੁਆਲਾ ਬਹੁਤ ਸੁੰਦਰ ਸੀ। ਉੱਥੇ ਅਨੇਕ ਤਰ੍ਹਾਂ ਦੇ ਬਿਰਝ ਬੂਟੇ ਤੇ ਫੁੱਲ ਪੌਦੇ ਸਨ। ਉੱਥੇ ਕਈ ਪ੍ਰਕਾਰ ਦੇ ਪਸ਼ੂ ਪੰਛੀ ਵੇਖਣ ਨੂੰ ਮਿਲਦੇ ਸਨ। ਇਹਨਾਂ ਸੁੰਦਰ ਤੇ ਕੁਦਰਤੀ ਨਜ਼ਾਰਿਆਂ ਵਿੱਚ ਸ਼ਕੁੰਤਲਾ ਪਲੀ ਅਤੇ ਵੱਡੀ ਹੋਈ। ਦੋ ਪ੍ਰਸ਼ਨ ਪਤਾ ਲੱਗੇ ਇੱਥੋਂ ਕਿ ਰਿਸ਼ੀ ਵਿਸ਼ਵਾਮਿੱਤਰ ਦੀ ਧੀ ਸੀਗੀ ਸ਼ਕੁੰਤਲਾ ਤੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ ਕੰਨਵ ਰਿਸ਼ੀ ਨੇ। ਸ਼ਕੁੰਤਲਾ ਸਿਆਣੀ, ਸੁੰਦਰ ਅਤੇ ਕੋਮਲ ਸੁਭਾਅ ਵਾਲੀ ਯੁਵਤੀ ਇਸਤਰੀ ਸੀ। ਕੰਨਵ ਰਿਸ਼ੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਹਰ ਮਾਪੇ ਵਾਂਗ ਉਹ ਵੀ ਸੋਚਦੇ ਸਨ ਕਿ ਸ਼ਕੁੰਤਲਾ ਨੂੰ ਕੋਈ ਯੋਗ ਵਰ ਮਿਲੇ, ਕੋਈ ਯੋਗ ਪਤੀ ਮਿਲੇ। ਉਹਨਾਂ ਦਿਨਾਂ ਵਿੱਚ ਇੱਕ ਦਿਨ ਦੁਸ਼ਯੰਤ ਨਾਂ ਦਾ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਦਾ ਹੋਇਆ ਉਸ ਪਾਸੇ ਆ ਨਿਕਲਿਆ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਉਸਨੂੰ ਪਤਾ ਲੱਗਿਆ ਕਿ ਇੱਥੇ ਕਿਤੇ ਰਿਸ਼ੀ ਕੰਨਵ ਦੀ ਕੁਟੀਆ ਹੈ। ਉਸਨੇ ਸੋਚਿਆ ਕਿ ਕਿਉਂ ਨਾ ਉੱਥੋਂ ਹੀ ਪਾਣੀ ਪੀਤਾ ਜਾਵੇ, ਨਾਲ ਹੀ ਕੰਨਵ ਰਿਸ਼ੀ ਦੇ ਦਰਸ਼ਨ ਕੀਤੇ ਜਾਣ। ਰਾਜਾ ਕੁਟੀਆ ਤੱਕ ਪਹੁੰਚਿਆ ਤਾਂ ਵੇਖਿਆ ਅੱਗੇ ਸ਼ਕੁੰਤਲਾ ਫੁੱਲ ਬੂਟਿਆਂ ਨੂੰ ਪਾਣੀ ਦੇ ਰਹੀ ਸੀ। ਕਿਹੜਾ ਰਾਜਾ? ਦੁਸ਼ਯੰਤ ਰਾਜਾ। ਰਾਜੇ ਨੇ ਸ਼ਕੁੰਤਲਾ ਨੂੰ ਆਪਣੇ ਬਾਰੇ ਦੱਸਿਆ ਅਤੇ ਕੁਟੀਆ ਤੱਕ ਆਉਣ ਦਾ ਮਨੋਰਥ ਦੱਸਿਆ। ਮਨੋਰਥ ਦੱਸਿਆ ਮਤਲਬ ਕੁਟੀਆ ਤੱਕ ਆਉਣ ਦਾ ਕਾਰਨ ਦੱਸਿਆ ਕਿ ਮੈਂ ਕੁਟੀਆ ਕਿਉਂ ਆਇਆ। ਸ਼ਕੁੰਤਲਾ ਨੇ ਦੱਸਿਆ ਕਿ ਉਸਦੇ ਪਿਤਾ ਜੀ ਕੁਝ ਦੇਰ ਲਈ ਬਾਹਰ ਗਏ ਹੋਏ ਹਨ ਤੇ ਛੇਤੀ ਆਉਣ ਹੀ ਵਾਲੇ ਹਨ। ਸ਼ਕੁੰਤਲਾ ਦੇ ਪਿਤਾ ਰਿਸ਼ੀ ਕੰਨਵ ਉਸਨੂੰ ਇਹ ਸਿੱਖਿਆ ਵੀ ਦਿੰਦੇ ਸਨ ਕਿ ਘਰ ਆਏ ਅਤਿਥੀ ਨੂੰ ਆਦਰ ਨਾਲ ਬਿਠਾਉਣਾ ਚਾਹੀਦਾ। ਅਤਿਥੀ ਦਾ ਅਰਥ ਹੈ ਮਹਿਮਾਨ ਨੂੰ। ਸ਼ਕੁੰਤਲਾ ਨੇ ਅਜਿਹਾ ਹੀ ਕੀਤਾ। ਥਕੇ ਹੋਏ ਦੁਸ਼ਯੰਤ ਨੂੰ ਕੁਟੀਆ ਦੀ ਰਮਣੀਕ ਥਾਂ ਚੰਗੀ ਲੱਗੀ। ਰਮਣੀਕ ਦਾ ਅਰਥ ਹੈ ਕਿ ਸੋਹਣੀ ਜਿਹੀ ਥਾਂ, ਸੁੰਦਰ ਪਿਆਰੀ ਥਾਂ। ਰਿਸ਼ੀ ਦੀ ਕੰਨਿਆ ਦੁਆਰਾ ਵਿਆਖਿਆ ਆਦਰ ਵੀ ਚੰਗਾ ਲੱਗਿਆ। ਰਾਜੇ ਦੇ ਪੁੱਛਣ ਤੇ ਸ਼ਕੁੰਤਲਾ ਨੇ ਦੱਸਿਆ ਕਿ ਕੰਨਵ ਰਿਸ਼ੀ ਉਸਦੇ ਪਿਤਾ ਹਨ। ਕੰਨਵ ਰਿਸ਼ੀ ਨੂੰ ਉਡੀਕਦਾ ਦੁਸ਼ਯੰਤ ਨੇ ਸੋਚਿਆ ਕਿ ਅਕਲ, ਸ਼ਕਲ ਅਤੇ ਹੋਰ ਗੁਣਾਂ ਦੀ ਮਾਲਕ ਇਹ ਯੁਵਤੀ ਮਹਿਲਾ ਦੀ ਰਾਣੀ ਹੋਣੀ ਚਾਹੀਦੀ ਹੈ। ਸ਼ਕੁੰਤਲਾ ਅਤੇ ਉਸਦੇ ਪਿਤਾ ਜੇ ਉਸਦੇ ਵਿਆਹ ਦਾ ਪ੍ਰਸਤਾਵ ਪ੍ਰਵਾਨ ਕਰ ਲੈਣ ਤਾਂ ਚੰਗਾ ਹੀ ਹੋਵੇ। ਤਦੋਂ ਦੁਸ਼ਯੰਤ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਇਸ ਸ਼ਕੁੰਤਲਾ ਨੂੰ ਆਪਣੀ ਰਾਣੀ ਬਣਾ ਲਿਆਂ। ਅੱਗੋਂ ਸ਼ਕੁੰਤਲਾ ਵੀ ਇਹੀ ਸੋਚ ਰਹੀ ਸੀ ਕਿ ਕਿਤੇ ਦੁਸ਼ਯੰਤ ਜਿਹਾ ਵਰ ਮਿਲ ਜਾਵੇ। ਰਿਸ਼ੀ ਕੰਨਵ ਦਾ ਵੀ ਆਪਣੀ ਧੀ ਲਈ ਅਜਿਹਾ ਵਰ ਮਿਲ ਜਾਣ ਤੇ ਪ੍ਰਸੰਨ ਹੋਣਾ ਸੁਭਾਵਕ ਸੀ। ਦੋਹਾਂ ਪੀਰਾਂ ਦੀ ਸਹਿਮਤੀ ਨਾਲ ਰਾਜੇ ਦੁਸ਼ਯੰਤ ਨਾਲ ਸ਼ਕੁੰਤਲਾ ਦਾ ਵਿਆਹ ਹੋ ਗਿਆ। ਇਸ ਵਿਆਹ ਪਿੱਛੋਂ ਰਾਜਾ ਦੁਸ਼ਯੰਤ ਕੁਝ ਸਮਾਂ ਉੱਥੇ ਹੀ ਰਿਹਾ, ਪਰ ਰਾਜਕਾਜ ਝਮੇਲਿਆਂ ਦਾ ਫਿਕਰ ਕਰਦਿਆਂ ਆਪਣੇ ਮਹਿਲਾਂ ਨੂੰ ਪਰਤ ਗਿਆ, ਯਾਨੀ ਲੌਟ ਗਿਆ। ਉਸਨੇ ਰਿਸ਼ੀ ਕੰਨਵ ਨੂੰ ਦੱਸਿਆ ਕਿ ਉਹ ਆਪਣੀ ਸ਼ਕੁੰਤਲਾ ਨੂੰ ਛੇਤੀ ਮਹਿਲੀਂ ਲੈ ਜਾਵੇਗਾ। ਜਾਣ ਤੋਂ ਪਹਿਲਾਂ ਰਾਜਾ ਦੁਸ਼ਯੰਤ ਨੇ ਆਪਣੀ ਇੱਕ ਸੁੰਦਰ ਸ਼ਕੁੰਤਲਾ ਨੂੰ ਇੱਕ ਮੁੰਦਰੀ ਸ਼ਕੁੰਤਲਾ ਨੂੰ ਦੇ ਦਿੱਤੀ। ਇਸ ਦਾ ਮਤਲਬ ਸੀ ਕਿ ਜੇ ਰਾਜਾ ਕਿਸੇ ਕਾਰਨ ਸ਼ਕੁੰਤਲਾ ਨੂੰ ਯਾਦ ਨਾ ਰੱਖ ਸਕੇ ਤਦ ਇਹ ਮੁੰਦਰੀ ਦਾ ਅਰਥ ਹੈ ਅੰਗੂਠੀ, ਤਦ ਇਹ ਮੁੰਦਰੀ ਉਸਨੂੰ ਕੀਤਾ ਗਿਆ ਇਹ ਵਿਆਹ ਯਾਦ ਕਰਵਾ ਦੇਵੇਗੀ। ਮਤਲਬ ਨਿਸ਼ਾਨੀ ਦੀ ਤੌਰ ਤੇ ਦੁਸ਼ਯੰਤ ਨੇ ਸ਼ਕੁੰਤਲਾ ਨੂੰ ਆਪਣੀ ਇੱਕ ਅੰਗੂਠੀ ਦੇ ਦਿੱਤੀ। ਇੱਕ ਦਿਨ ਰਿਸ਼ੀ ਦੁਰਵਾਸਾ ਉੱਧਰ ਆਇਆ। ਉਸ ਵੇਲੇ ਸ਼ਕੁੰਤਲਾ ਆਪਣੇ ਪਤੀ ਦੇ ਪਿਆਰ ਵਿੱਚ ਮਗਨ ਸੀ। ਉਸਨੂੰ ਬਿਲਕੁਲ ਪਤਾ ਨਾ ਲੱਗਾ ਕਿ ਰਿਸ਼ੀ ਦੁਰਵਾਸਾ ਆਏ ਸਨ। ਰਿਸ਼ੀ ਦੁਰਵਾਸਾ ਨੇ ਇਸ ਵਿੱਚ ਆਪਣਾ ਅਪਮਾਨ ਸਮਝਿਆ। ਉਸਨੇ ਸ਼ਕੁੰਤਲਾ ਨੂੰ ਸ਼ਰਾਪ ਦੇ ਦਿੱਤਾ ਕਿ ਉਸਦਾ ਪਤੀ ਉਸਨੂੰ ਭੁੱਲ ਜਾਵੇਗਾ। ਜਦੋਂ ਕੋਈ ਘਰ ਆਵੇ ਆਪਾਂ ਉਸਦਾ ਕੋਈ ਵੀ ਅਪਮਾਨ ਕਰੀਏ ਜਾਂ ਆਦਰ ਨਾ ਕਰੀਏ, ਉਹਨੂੰ ਗੁੱਸਾ ਆਉਂਦਾ ਤਾਂ ਰਿਸ਼ੀ ਦੁਰਵਾਸਾ ਨੇ ਉਸਨੂੰ ਸ਼ਰਾਪ ਦੇ ਦਿੱਤਾ ਕਿ ਉਸਦਾ ਪਤੀ ਉਸਨੂੰ ਭੁੱਲ ਜਾਵੇਗਾ। ਦੁਰਵਾਸਾ ਰਿਸ਼ੀ ਦਾ ਇਹ ਸ਼ਰਾਪ ਪਾ ਕੇ ਸ਼ਕੁੰਤਲਾ ਦੁਖੀ ਤਾਂ ਹੋਈ, ਪਰ ਉਸਦੇ ਪਤੀ
ਪਿਆਰ ਵਿੱਚ ਕੋਈ ਫਰਕ ਨਾ ਆਇਆ। ਕੁਝ ਮਹੀਨੇ ਲੰਘ ਗਏ। ਰਾਜੇ ਦੁਸ਼ਯੰਤ ਵੱਲੋਂ ਜਦੋਂ ਕੋਈ ਸੱਦਾ ਪੱਤਰ ਨਾ ਆਇਆ, ਕੋਈ ਵੀ ਨਿਉਤਾ ਨਾ ਆਇਆ ਬੁਲਾਉਣ ਦਾ, ਤਦ ਪਿਤਾ ਰਿਸ਼ੀ ਨੇ ਆਖਿਆ ਕਿ ਸ਼ਕੁੰਤਲਾ ਨੂੰ ਆਪ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ। ਪਿਤਾ ਘਰੋਂ ਵਿਦਾ ਹੋਣ ਦੇ ਦਿਨ ਸ਼ਕੁੰਤਲਾ ਜਦੋਂ ਦਰਿਆ ਦੇ ਕਿਨਾਰੇ ਗਈ, ਤਦ ਮੂੰਹ ਹੱਥ ਧੋਇਆ ਉਸਦੀ ਉਂਗਲੀ ਵਿੱਚੋਂ ਦੁਸ਼ਯੰਤ ਵੱਲੋਂ ਦਿੱਤੀ ਮੁੰਦਰੀ ਪਾਣੀ ਵਿੱਚ ਗਿਰ ਗਈ। ਸ਼ਕੁੰਤਲਾ ਨੂੰ ਭਰੋਸਾ ਸੀ ਕਿ ਰਾਜਾ ਦੁਸ਼ਯੰਤ ਉਸਨੂੰ ਭੁੱਲਿਆ ਨਹੀਂ ਹੋਵੇਗਾ, ਪਰ ਅਜਿਹਾ ਨਹੀਂ ਹੋਇਆ। ਸ਼ਕੁੰਤਲਾ ਮਹਿਲੀਂ ਪੁੱਜਣ ਤੇ ਪਹਿਲਾਂ ਦਰਬਾਨਾ ਨੇ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਫਿਰ ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਪਹੁੰਚੀ ਤਾਂ ਰਾਜੇ ਨੇ ਵੀ ਸ਼ਕੁੰਤਲਾ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਨਿਮੋਝਣੀ ਹੋਈ ਸ਼ਕੁੰਤਲਾ ਪਾਗਲ ਜੀ ਹੋਈ ਸ਼ਰਮਿੰਦਾ ਹੋਈ ਜਾਂ ਪਾਗਲ ਜੀ ਹੋਈ ਸ਼ਕੁੰਤਲਾ ਨੂੰ ਜਦੋਂ ਮਹਿਲਾਂ ਤੋਂ ਮੁੜਨਾ ਪਿਆ, ਤਦ ਉਹ ਰਿਸ਼ੀ ਕੰਨਵ ਦੀ ਕੁਟੀਆ ਨਹੀਂ ਗਈ। ਉਸਨੂੰ ਪਤਾ ਸੀ ਕਿ ਉਸਦੀ ਹਾਲਤ ਜਾਣ ਕੇ ਰਿਸ਼ੀ ਪਿਤਾ ਨੂੰ ਠੇਸ ਪਹੁੰਚੇਗੀ, ਸੋ ਉਸਨੇ ਰਿਸ਼ੀ ਮਰੀਚ ਦੇ ਆਸ਼ਰਮ ਵਿੱਚ ਜਾ ਕੇ ਆਸਰਾ ਲੈ ਲਿਆ। ਇੱਥੇ ਰਹਿ ਕੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਿਸ਼ੀ ਨੇ ਦੁਸ਼ਯੰਤ ਤੇ ਸ਼ਕੁੰਤਲਾ ਦੇ ਇਸ ਪੁੱਤਰ ਦਾ ਨਾਂ ਭਰਤ ਰੱਖਿਆ। ਉਧਰ ਦਰਿਆ ਵਿੱਚ ਡਿੱਗੀ ਹੋਈ ਉਹ ਮੁੰਦਰੀ ਨੇੜੇ ਤੈਰਦੀ ਇੱਕ ਮੱਛੀ ਦੇ ਮੂੰਹ ਵਿੱਚ ਜਾ ਪਈ। ਇੱਕ ਦਿਨ ਇੱਕ ਮਛੇਰਾ ਉਸ ਥਾਂ ਮੱਛੀਆਂ ਫੜਨ ਆਇਆ। ਸਬੱਬੀ ਹੋਰ ਕਈ ਮੱਛੀਆਂ ਦੇ ਨਾਲ ਉਹ ਮੱਛੀ ਵੀ ਉਸ ਦੇ ਜਾਲ ਵਿੱਚ ਫਸ ਗਈ। ਜਿਸ ਮੱਛੀ ਨੇ ਉਸ ਮੁੰਦਰੀ ਨੂੰ ਖਾਧਾ ਸੀ, ਉਹ ਵੀ ਉਸ ਦੇ ਜਾਲ ਵਿੱਚ ਫਸ ਗਈ। ਆਪਣੀ ਦੁਕਾਨ ਤੇ ਜਾ ਕੇ ਉਸਨੇ ਵੇਖਿਆ ਕਿ ਉਸ ਮੱਛੀ ਦੇ ਢਿੱਡ ਵਿੱਚ ਇੱਕ ਸੋਨੇ ਦੀ ਮੁੰਦਰੀ ਹੈ। ਉਸ ਦੇ ਉੱਤੇ ਰਾਜਾ ਦੁਸ਼ਯੰਤ ਦਾ ਨਾਂ ਹੈ। ਆਪਣੇ ਰਾਜੇ ਦੇ ਨਾਂ ਵਾਲੀ ਮੁੰਦਰੀ ਵੇਖ ਕੇ ਉਹ ਹੈਰਾਨ ਰਹਿ ਗਿਆ। ਉਹ ਉਸ ਮੁੰਦਰੀ ਨੂੰ ਲੈ ਕੇ ਰਾਜੇ ਦੇ ਦਰਬਾਰ ਵਿੱਚ ਗਿਆ। ਉਸ ਮੁੰਦਰੀ ਨੂੰ ਵੇਖਦਿਆਂ ਦੁਸ਼ਯੰਤ ਨੂੰ ਸ਼ਕੁੰਤਲਾ ਨਾਲ ਕੀਤਾ ਵਿਆਹ ਯਾਦ ਆ ਗਿਆ। ਉਸਨੇ ਆਪਣੇ ਸਿਪਾਹੀ ਸ਼ਕੁੰਤਲਾ ਨੂੰ ਲੈਣ ਲਈ ਤੁਰੰਤ ਭੇਜ ਦਿੱਤੇ। ਸਿਪਾਹੀਆਂ ਨੇ ਪਰਤ ਕੇ ਦੱਸਿਆ ਕਿ ਸ਼ਕੁੰਤਲਾ ਕੰਨਵ ਰਿਸ਼ੀ ਦੇ ਆਸ਼ਰਮ ਵਿੱਚ ਨਹੀਂ ਹੈ। ਇਹ ਸੁਣ ਕੇ ਰਾਜਾ ਦੁਸ਼ਯੰਤ ਬਹੁਤ ਦੁਖੀ ਹੋਇਆ। ਫਿਰ ਇੱਕ ਦਿਨ ਰਾਜਾ ਦੁਸ਼ਯੰਤ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ। ਉਸਨੇ ਵੇਖਿਆ ਕਿ ਇੱਕ ਰਿਸ਼ੀ ਦੇ ਆਸ਼ਰਮ ਦੇ ਨੇੜੇ ਇੱਕ ਬਾਲ ਸ਼ੇਰ ਦੇ ਬੱਚੇ ਨਾਲ ਖੇਡ ਰਿਹਾ ਹੈ। ਸ਼ੇਰ ਦੇ ਬੱਚੇ ਨਾਲ ਖੇਡ ਰਿਹਾ ਹੈ। ਤਦੇ ਉਸ ਬਾਲ ਦੀ ਮਾਤਾ ਦੇ ਬੋਲ ਸੁਣਾਈ ਦਿੱਤੇ, ਭਰਤ ਪੁੱਤਰ, ਸ਼ੇਰ ਦੇ ਬੱਚੇ ਨਾਲ ਨਾ ਖੇਡ। ਅੱਗੋਂ ਬਾਲ ਕਹਿ ਰਿਹਾ ਸੀ, ਮਾਤਾ ਜੀ, ਮੈਂ ਰਾਜਾ ਦੁਸ਼ਯੰਤ ਦਾ ਪੁੱਤਰ ਹਾਂ, ਮੈਂ ਡਰਦਾ ਨਹੀਂ ਹਾਂ। ਇਹ ਵਾਰਤਾਲਾਪ ਸੁਣ ਕੇ ਰਾਜਾ ਦੁਸ਼ਯੰਤ ਦੇ ਪੈਰ ਉੱਥੇ ਹੀ ਰੁਕ ਗਏ। ਉਸਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਬਾਲ ਉਸੇ ਦਾ ਪੁੱਤਰ ਹੈ ਤੇ ਆਵਾਜ਼ ਦੇਣ ਵਾਲੀ ਇਸਤਰੀ ਸ਼ਕੁੰਤਲਾ ਹੀ ਹੈ। ਤਦੇ ਉਸਨੇ ਅੱਗੇ ਹੋ ਕੇ ਬਾਲ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਫਿਰ ਸ਼ਕੁੰਤਲਾ ਵੀ ਉੱਥੇ ਆ ਗਈ ਔਰ ਉਸ ਲਈ ਰਾਜਾ ਦੁਸ਼ਯੰਤ ਨੂੰ ਵੀ ਪਛਤਾਣਾ ਔਖਾ ਨਹੀਂ ਸੀ। ਰਾਜਾ ਦੁਸ਼ਯੰਤ ਨੇ ਅਫਸੋਸ ਪ੍ਰਗਟ ਕੀਤਾ ਕਿ ਉਸਦੀ ਗਲਤੀ ਕਾਰਨ ਸ਼ਕੁੰਤਲਾ ਨੂੰ ਇੰਨੇ ਦੁੱਖ ਝੱਲਣੇ ਪਏ। ਸ਼ਕੁੰਤਲਾ ਨੇ ਵੀ ਦੁਸ਼ਯੰਤ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ। ਹੱਡਬੀਤੀ ਮਤਲਬ ਆਪ ਬੀਤੀ ਸੁਣਾਈ। ਉਸਨੇ ਇਹ ਵੀ ਦੱਸਿਆ ਕਿ ਉਹ ਮੁੜ ਕੰਨਵ ਰਿਸ਼ੀ ਕੋਲ ਨਾ ਜਾ ਕੇ ਇਸ ਆਸ਼ਰਮ ਵਿੱਚ ਕਿਉਂ ਆ ਗਈ ਸੀ। ਫਿਰ ਰਾਜਾ ਦੁਸ਼ਯੰਤ ਆਪਣੀ ਰਾਣੀ ਸ਼ਕੁੰਤਲਾ ਅਤੇ ਪੁੱਤਰ ਭਰਤ ਨੂੰ ਲੈ ਕੇ ਆਪਣੇ ਮਹਿਲੀਂ ਲੈ ਆਇਆ। ਸ਼ਕੁੰਤਲਾ ਇੰਨੇ ਦੁੱਖ ਝੱਲਣ ਪਿੱਛੋਂ ਮਹਿਲਾਂ ਵਿੱਚ ਸੁਖੀ ਵਸਣ ਲੱਗੀ। ਰਾਜਾ ਦੁਸ਼ਯੰਤ ਤੋਂ ਪਿੱਛੋਂ ਭਰਤ ਰਾਜ ਗੱਦੀ ਉੱਤੇ ਬੈਠਾ। ਉਸਦਾ ਰਾਜ ਨਿਆਂ ਅਤੇ ਖੁਸ਼ਹਾਲੀ ਲਈ ਪ੍ਰਸਿੱਧ ਹੋ ਗਿਆ। ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਸਾਡੇ ਦੇਸ਼ ਦਾ ਨਾਂ ਸ਼ਕੁੰਤਲਾ ਦੇ ਪੁੱਤਰ ਭਰਤ ਦੇ ਨਾਂ ਤੇ ਹੀ ਪਿਆ ਹੈ। ਭਾਰਤ ਦੇ ਮਹਾਨ ਕਵੀ ਕਾਲੀਦਾਸ ਨੇ ਸ਼ਕੁੰਤਲਾ ਉੱਤੇ ਨਾਟਕ ਲਿਖਿਆ ਜੋ ਕਿ ਬਹੁਤ ਮਕਬੂਲ ਹੋਇਆ। ਮਕਬੂਲ ਦਾ ਅਰਥ ਹੈ ਜੋ ਕਿ ਬਹੁਤ ਪ੍ਰਸਿੱਧ ਹੋਇਆ। ਤੁਸੀਂ ਇਸ ਪਾਠ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨ ਲੱਭਣੇ ਨੇ ਤੇ ਉਹਨਾਂ ਦੇ ਉੱਤਰ ਵੀ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।